अच्छा जदों जेल च मिले बाबा जी नूं, बाबा जी भी मेरे बारे यही सोचते सी भी ये सरकार दा बंदा ते ये पहलां ही चला गया सी लाल किले। इन्हां ने मैनूं सवाल भी कीते, फिर मैनूं कहा अदालत च तेरे तो तां बोलिया भी नहीं जा रहा सी। इक्को तरह दियां 5 गड्डियां च किहदे च सी किसी नूं नहीं पता सी। हुण उहदे च बहा के अदालत वाल लैके जा रहे हैं। मीडिया वाले घट्टो घट्ट नहीं तां 100 तो उत्ते बंदा। एक मीडिया वाले की गड्डी वजी स्कूटर च, उन्हें उतर के स्कूटर वाले नूं गाल कढ़ी कि तुझे पता नहीं है कितने बड़े टेररिस्ट को लेके जा रहे हैं और तू हमारे सामने स्कूटर लेके आ गया। मतलब आ हालात ਜਿਹੜਾ ਬੰਦਾ ਅਦਾਲਤਾਂ 'ਚ ਲੋਕਾਂ ਨੂੰ ਬਚਾਉਂਦਾ ਹੁੰਦਾ ਸੀ ਉਹ ਅਦਾਲਤ 'ਚ ਅੱਜ ਆਪ ਖੜਾ। ਫਿਰ ਜਿਹੜੇ ਬੰਦੇ ਇਹ ਕਰੀ ਜਾਂਦੇ ਰਹਿੰਦੇ ਸੀ ਵੀ ਜੇਲ੍ਹ 'ਚ ਤਾਂ ਇਹ ਤਾਂ ਗੈਸਟ ਹਾਊਸ 'ਚ ਸੀ, ਇਹ ਕਾਹਦੀ ਜੇਲ੍ਹ ਸੀ। ਜੇਲ੍ਹ ਤਾਂ ਪੁੱਛੋ ਨਾ ਸਾਡੇ ਵਾਸਤੇ ਵੀ ਇਹੋ ਜਿਹੇ ਬੰਦੇ ਆਜ਼ਾਦ ਜਿਨ੍ਹਾਂ ਨੂੰ ਇੱਕ ਕੋਠੜੀ 'ਚ ਤਾੜ ਦੇਣਾ। ਬਾਬਾ ਜੀ ਇੱਕ ਦਿਨ ਕਹਿੰਦੇ ਤੇਰਾ ਸੈੱਲ ਵੇਖਣਾ, ਮੇਰਾ ਸੈੱਲ ਦੇਖਣ ਆਏ ਤੇ ਥੱਲੇ ਜਿਹੜਾ ਉਹ ਬਿਸਤਰਾ ਜਿਹਾ ਲੱਗਿਆ ਸੀ ਗਰਾਊਂਡ ਤੇ ਹੀ ਚਾਦਰਾਂ ਹੀ ਵਿਛਾਈਆਂ ਸੀ 2। ਕਹਿੰਦੇ ਯਾਰ ਇਹਨਾਂ ਨੂੰ ਕਹਿ ਤੈਨੂੰ ਮਾੜਾ ਮੋਟਾ ਗੱਦਾ ਗੁੱਦਾ ਦੇਣ। ਜੋ 26 ਜਨਵਰੀ ਨੂੰ ਇੱਕ ਬਿਰਤਾਂਤ ਰਚਿਆ ਜਾਂਦਾ, ਉਹ ਬਿਰਤਾਂਤ ਇਹ ਰਚਿਆ ਜਾਂਦਾ ਵੀ ਇਹ ਬੰਦੇ ਨੇ ਜਾਣ ਕੇ ਢਾਹ ਲਾਈ ਹੈ ਸੰਘਰਸ਼ ਨੂੰ। ਹੁਣ ਜਦੋਂ ਇਹ ਗੱਲ ਸੁਣਦੇ ਆ ਫਿਰ ਇਹ ਕਹਿੰਦੇ ਹੁੰਦੇ ਆ ਆਪਾਂ that you have broken my heart into million pieces, ਹੈ ਨਾ। ਉਹ ਲੱਖਾਂ ਟੋਟਿਆਂ 'ਚ ਮੇਰਾ ਦਿਲ ਤੋੜਤਾ ਤੁਸੀਂ। ਤੁਹਾਨੂੰ ਪਲਾਂਟਡ, ਤੁਹਾਨੂੰ ਗਦਾਰ, ਤੁਹਾਨੂੰ ਮੋਦੀ ਦਾ ਦਲਾਲ, I don't know kind of words they use। ਮੈਂ ਇੱਕ ਇਨਸਾਨ ਆ, ਸੈਂਸਿਟਿਵ ਬੰਦਾ, ਬੜਾ ਸੰਵੇਦਨਸ਼ੀਲ ਆ, ਇਸੇ ਲਈ ਮੈਂ ਤੁਰਿਆ ਫਿਰਦਾ ਜਜ਼ਬਾ ਲੈ ਕੇ। ਉਹ ਦਿਲ ਟੁੱਟਦਾ ਫਿਰ ਤੁਸੀਂ ਆਪਦੇ ਆਪ ਨੂੰ ਖੜਾ ਕਰਦੇ ਹੋ। ਫਿਰ ਕਿਵੇਂ ਨਾ ਕਿਵੇਂ ਤੁਹਾਨੂੰ ਕਿਤੇ ਅਰਦਾਸ ਬੇਨਤੀ ਕਰਕੇ ਤੁਸੀਂ ਉਹ ਆਪਦੇ ਅੰਦਰ ਜਜ਼ਬਾ ਲੈ ਕੇ ਆਉਣੇ ਹੋ। ਕਦੇ ਇਹ ਵੀ ਗੱਲ ਆਉਂਦੀ ਆ ਵੀ ਕੀ ਲੈਣਾ ਆਪਾਂ ਯਾਰ। ਕੇਂਦਰ ਸਰਕਾਰ ਦੇ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨੀ ਅੰਦੋਲਨ ਪੈਦਾ ਹੋਇਆ ਤੇ ਇਸੇ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਆਗੂ ਵੀ ਪੈਦਾ ਹੋਏ ਨੇ। ਇਹਨਾਂ ਨੌਜਵਾਨ ਆਗੂਆਂ ਦੇ ਵਿੱਚੋਂ ਹੀ ਇੱਕ ਨੌਜਵਾਨ ਆਗੂ ਅਜਿਹਾ ਵੀ ਸੀ ਜਿਸ ਨੇ ਕਿਸਾਨੀ ਸੰਘਰਸ਼ ਲੜਨਾ ਸ਼ੁਰੂ ਕੀਤਾ। ਦੇਖਦੀ ਦੇਖਦੇ ਇਸ ਨੌਜਵਾਨ ਦੇ ਨਾਲ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਹੋਰ ਨੌਜਵਾਨ ਵੀ ਲੱਗ ਜਾਂਦੇ ਆ। ਬੜੀਆਂ ਸਾਰੀਆਂ ਤਾਰੀਫਾਂ ਹੁੰਦੀਆਂ ਨੇ, ਪਰ 26 ਜਨਵਰੀ ਲਾਲ ਕਿਲੇ ਦੇ ਉੱਤੇ ਜਾ ਕੇ ਜਦੋਂ ਇਹ ਨੌਜਵਾਨ ਕੇਸਰੀ ਝੰਡਾ ਲਹਿਰਾ ਦਿੰਦਾ ਹੈ ਤਾਂ ਇਸ ਤੋਂ ਬਾਅਦ ਇਸ ਨੌਜਵਾਨ ਤੇ ਬੜੇ ਸਾਰੇ ਆਰੋਪ ਲੱਗਦੇ ਨੇ। ਕਿਸਾਨ ਜਥੇਬੰਦੀਆਂ ਵੀ ਬਹੁਤ ਸਾਰੇ ਆਰੋਪ ਲਗਾਉਂਦੀਆਂ ਨੇ, ਨਾਤੇ ਵੀ ਬਹੁਤ ਸਾਰੇ ਤੋੜ ਲਏ ਜਾਂਦੇ ਨੇ। ਨੌਜਵਾਨ ਦਾ ਦਿਲ ਵੀ ਟੁੱਟਦਾ ਹੈ ਤੇ ਖੁਦ ਅੰਦਰੋਂ ਵੀ ਟੁੱਟਦਾ ਹੈ, ਪਰ ਹੌਸਲਾ ਨਹੀਂ ਹਾਰਦਾ, ਖੁਦ ਨੂੰ ਵੀ ਖੜਾ ਕਰਦਾ ਹੈ ਤੇ ਨਾਲ ਖੜਾ ਕਰਦਾ ਹੈ ਪੰਜਾਬ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਨਵੀਂ ਜਥੇਬੰਦੀ ਨੂੰ, ਜਿਸ ਦਾ ਨਾਂ ਹੈ ਵਿਰਸੇ ਦੇ ਵਾਰਿਸ। ਮੈਂ ਗੱਲ ਕਰ ਰਿਹਾ ਨੌਜਵਾਨ ਆਗੂ ਦੀਪ ਸਿੱਧੂ ਦੀ। ਦੀਪ ਸਿੱਧੂ ਸਾਡੇ ਨਾਲ ਨੇ ਇਸ ਮੌਕੇ। ਦੀਪ, ਜਿਸ ਤਰੀਕੇ ਦੇ ਨਾਲ ਅੱਜ ਸ਼ਰਧਾਂਜਲੀ ਸਮਾਗਮ ਪਵਿੱਤਰ ਸ਼ਹੀਦਾਂ ਦੀ ਧਰਤੀ ਤੇ ਰੱਖਿਆ ਗਿਆ ਹੈ, ਹਾਂਜੀ, ਕਿਸ ਤਰੀਕੇ ਦਾ ਸਮਝਦੇ ਹੋ ਤੁਸੀਂ? ਜਿਸ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਦੇ ਵਿੱਚ ਜੋ ਕੁਝ ਘਟਨਾਕ੍ਰਮ ਵਾਪਰਿਆ, ਹਾਂਜੀ, ਕਿਵੇਂ ਕਿਵੇਂ ਦੇਖਦੇ ਹੋ ਕਿ ਤੁਸੀਂ ਸਟੇਜ ਤੋਂ ਸੰਬੋਧਨ ਕਰਦੇ ਹੋਏ ਇੱਕ ਸਟੇਟ ਟੈਰਰਿਜ਼ਮ ਦਾ ਲਫ਼ਜ਼ ਵੀ ਵਰਤਿਆ? ਦੇਖੋ ਇਸ ਗੱਲ ਨੂੰ ਸਮਝਣਾ ਚਾਹੀਦਾ, ਇਹ ਗਿਣੀ ਮਿਥੀ ਸਾਜ਼ਿਸ਼ ਸੀ। ਐਂ ਥੋੜੀ ਹੁੰਦਾ ਵੀ ਤੁਸੀਂ ਬੰਦੇ ਅੱਗੇ ਤੁਰੇ ਜਾਂਦੇ ਆ, ਪਿੱਛੋਂ ਕਾਰਾਂ ਭਜਾ ਕੇ ਲਿਆਓ ਤੇ ਤੁਸੀਂ ਉਹਨਾਂ ਦੇ ਉੱਤੇ ਚੜਾ ਦਿਓ। ਕਦੇ ਆਏ ਘਟਨਾ ਸੁਣੀ ਆ, ਹੈ ਨਾ। ਤੁਸੀਂ ਦੇਖੋ ਸੂਖਮ ਰੂਪ 'ਚ ਗੱਲਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਜਦੋਂ ਪਿੱਛੋਂ ਭਜਾ ਕੇ ਲਿਆ ਕੇ ਗੱਡੀਆਂ ਉੱਤੋਂ ਦੀ ਚੜਾਤੀਆਂ, ਅੱਜ ਤੱਕ ਸੁਣੀ ਆ ਦੇਸ਼ 'ਚ ਇਸ ਪੂਰੇ ਖਿੱਤੇ 'ਚ ਇਹ ਘਟਨਾ ਹੋਈ ਹੋਵੇ, ਇਹਦਾ ਮਤਲਬ ਕਿਤੋਂ ਇੰਸਟਰਕਸ਼ਨਸ ਮਿਲੀ ਹੋਊਗੀ, ਕਿਤੇ ਪਲੈਨਿੰਗ ਕੀਤੀ ਗਈ ਹੋਊਗੀ। ਸੋ ਗੱਡੀ ਨੂੰ ਇੱਕ ਹਥਿਆਰ ਦੀ ਤੌਰ ਤੇ ਵਰਤਿਆ ਗਿਆ। ਜਦੋਂ ਗੱਡੀ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਗਿਆ ਤੇ ਟੈਰਰ ਪੈਦਾ ਕੀਤਾ ਗਿਆ ਲੋਕਾਂ 'ਚ। ਸੋ ਇਸ ਗੱਲ ਨੂੰ ਸਮਝਦੇ ਹੋਏ ਜਦੋਂ ਆਪਾਂ ਟੈਰਰਿਸਟ ਕੌਣ ਹੁੰਦਾ ਜਿਹੜਾ ਲੋਕਾਂ 'ਚ ਟੈਰਰ ਪੈਦਾ ਕਰਦਾ, ਇਸੇ ਤਰ੍ਹਾਂ ਇਹ ਤਾਂ ਸਾਡੇ ਤੇ ਇਲਜ਼ਾਮ ਲਾਉਂਦੇ ਆ ਵੀ ਟੈਰਰਿਸਟ ਆ, ਪਰ ਟੈਰਰਿਸਟ ਖੁਦ ਆ। ਸੋ ਇਹ ਹਿੱਟ ਐਂਡ ਰਨ ਦਾ ਕੇਸ ਨਹੀਂ ਆ, ਇਹ ਕੋਈ ਨਾਰਮਲ ਮਰਡਰ ਦਾ ਕੇਸ ਵੀ ਨਹੀਂ ਆ। ਇਹ ਤਾਂ ਇੱਕ ਟੈਰਰ ਦਾ ਜਿਹੜਾ ਮਸਲਾ, ਇਹਦੇ ਤੇ ਟੈਰਰਿਜ਼ਮ ਐਕਟ ਦੇ ਅਧੀਨ ਕਾਰਵਾਈ ਹੋਣੀ ਚਾਹੀਦੀ ਆ, ਉਹੀ ਚਾਰਜਸ ਲੱਗਣੇ ਚਾਹੀਦੇ ਆ। ਕਿਉਂਕਿ ਇਸ ਜਿਸ ਰਾਜ ਕਰ ਰਹੀ ਧਿਰ
ਇਹ ਕੰਮ ਕਰਨ ਲੱਗ ਜੇ ਫਿਰ ਇਹਨੂੰ ਕੀ ਕਹਿੰਦੇ ਆ, ਸਟੇਟ ਟੈਰਰਿਜ਼ਮ ਕਹਿੰਦੇ ਆ। ਸਟੇਟ ਕਿਸਾਨਾਂ ਤੇ ਜਾਂ ਤੁਹਾਡੇ ਤੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੀ ਆ, ਕਿਸਾਨਾਂ ਨੂੰ ਵੀ ਟੈਰਰਿਸਟ ਆਖਿਆ ਜਾ ਰਿਹਾ ਹੈ, ਤੁਸੀਂ ਉਲਟਾ ਸਟੇਟ ਨੂੰ ਕਹਿ ਰਹੇ ਹੋ। ਤੇ ਫਿਰ ਆਖਿਰ ਅਸਲ 'ਚ ਜੇ ਆਪਾਂ ਫੈਸਲੇ ਤੇ ਇੱਕ ਆਈਏ ਤਾਂ ਤੁਹਾਡੇ ਹਿਸਾਬ ਦੇ ਨਾਲ ਤਾਂ ਵਾਕਿਆ ਹੀ ਕਿ ਤੁਸੀਂ ਸਟੇਟ ਨੂੰ ਜਿਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਦੇ ਹੋ, ਜਿਸ ਤਰੀਕੇ ਦੀਆਂ ਘਟਨਾਵਾਂ ਵੀ ਹੋ ਰਹੀਆਂ ਨੇ, ਤੇ ਇਸੇ ਦੌਰਾਨ ਇੱਕ ਘਟਨਾ ਹੋਰ ਹੋ ਜਾਂਦੀ ਹੈ ਸਿੰਘੂ ਬਾਰਡਰ ਤੇ ਇਹਨੂੰ ਲੈ ਕੇ ਵੀ ਸਟੇਟ ਦੇ ਵੱਖਰੇ ਵੱਖਰੇ ਬਿਆਨ ਆਉਂਦੇ ਨੇ। ਲਖੀਮਪੁਰ ਖੀਰੀ ਦੇ ਲਈ ਕੁਝ ਹੋਰ ਤਰੀਕੇ ਦਾ ਬਿਆਨ ਆ ਜਾਂਦਾ ਹੈ, ਸਿੰਘੂ ਬਾਰਡਰ ਤੇ ਜੋ ਘਟਨਾ ਵਾਪਰਦੀ ਆ ਉਹਦੇ ਲਈ ਕੁਝ ਹੋਰ ਬਿਆਨ ਆ ਜਾਂਦਾ ਹੈ। ਰਾਈਟ, ਇਹਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ? ਗੱਲ ਫੇਰ ਸਟੇਟ ਦੀ ਆ ਗਈ। ਨਹੀਂ, ਗੱਲ ਦੇਖੋ, ਅਸੀਂ ਵਿਕਟਮ ਆ। ਪਹਿਲਾਂ ਇਹ ਸਮਝੋ, ਇਹ ਹਾਲਾਤ ਅਸੀਂ ਤਾਂ ਨਹੀਂ ਪੈਦਾ ਕੀਤੇ। ਸਿੱਖਾਂ ਨੇ ਤਾਂ ਕਦੇ ਵੀ ਨਹੀਂ ਇਹ ਗੱਲ ਕੀਤੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਅਜ਼ਮਤ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ, ਜਾਂ ਅਸੀਂ ਚਾਹਾਂਗੇ? ਇਹਦਾ ਮਤਲਬ ਜੋ ਹਾਲਾਤ ਪੈਦਾ ਕੀਤੇ ਗਏ ਆ ਬੇਅਦਬੀਆਂ ਦੇ, ਇਹ ਸਾਡੇ ਗਲ ਪਾਏ ਗਏ ਆ, ਗਲ ਹੀ ਪਾਏ ਗਏ ਆ ਨਾ। ਸੋ ਜੇ ਸਾਡੇ ਗਲ ਪਾਏ ਗਏ ਆ ਇਹ ਹਾਲਾਤ, ਤੇ ਫਿਰ ਇੱਥੇ ਵਿਕਟਮ ਧਿਰ ਕੌਣ ਹੋਈ? ਵਿਕਟਮ ਧਿਰ ਤਾਂ ਜਿਹਦੇ ਤੇ ਗਲ ਪਾਏ ਗਏ ਆ, ਜੋ ਸਫਰ ਕਰ ਰਹੀ ਆ, ਉਹ ਹੋਈ ਨਾ। ਕਲਪਰੇਟ ਕੌਣ ਹੋਇਆ? ਕਲਪਰੇਟ ਹੋਈਆਂ ਸਰਕਾਰਾਂ। ਹੁਣ ਅੱਜ ਦੀ ਜਿਹੜੀ ਗੱਲ ਜਾਂ ਜਿਹੜੀ ਵਾਪਰੀ ਆ ਬਾਰਡਰ ਤੇ, ਆਪਣੇ ਸਿੰਘੂ ਬਾਰਡਰ ਤੇ ਘਟਨਾ, ਇਸ ਗੱਲ ਨੂੰ ਸਮਝੋ ਤੁਸੀਂ। ਕਾਨੂੰਨ ਨੂੰ 6 ਸਾਲ ਹੋ ਗਏ, ਸਾਰਾ ਜ਼ੋਰ ਲਾ ਲਿਆ, ਅੱਜ ਤੱਕ ਕੋਈ ਬੰਦਾ ਇੱਕ ਇਹਨਾਂ ਨੇ ਫੜਿਆ, ਕਿਸੇ ਬੰਦੇ ਨੂੰ ਕੋਈ ਸਜ਼ਾ ਦਿੱਤੀ? ਸਾਡੇ ਕੋਲੇ ਕੋਈ ਆਪਦੀ ਜੇਲ੍ਹ ਨਹੀਂ ਆ, ਕੋਈ ਨਿਆਂ ਪ੍ਰਣਾਲੀ ਨਹੀਂ ਆ। ਅਸੀਂ ਇਸੇ ਕਾਨੂੰਨ ਨੂੰ ਕਿਹਾ, ਕੋਈ ਸਜ਼ਾ ਨਹੀਂ ਦਿੱਤੀ। ਉਦੋਂ ਬਾਅਦ ਜਦੋਂ ਇੰਨਾ ਪੱਖਪਾਤੀ ਹੋ ਗਏ ਵੀ ਜਿਹੜੇ ਬੇਅਦਬੀ ਕਰਨ ਗਏ ਗੁਰੂ ਸਾਹਿਬ ਦੀ, ਉਹਨਾਂ ਦੇ ਹੱਕ 'ਚ ਭੁਗਤਣ ਲੱਗ ਗਏ, ਤਾਂ ਫਿਰ ਸਾਡੇ ਬੰਦਿਆਂ ਨੇ ਨਿਆਂ ਲੈ ਲਿਆ। ਜਦੋਂ ਨਿਆਂ ਉਹਨਾਂ ਨੇ ਕਰਤਾ ਪੰਥ ਨੇ, ਤਾਂ ਉਦੋਂ ਇਹ ਕਹੀ ਜਾਂਦੇ ਆ ਕਾਨੂੰਨ ਹੱਥ 'ਚ ਲੈ ਲਿਆ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਮਦਨ ਲਾਲ ਢੀਂਗਰਾ ਨੇ ਕਾਨੂੰਨ ਹੱਥ 'ਚ ਨਹੀਂ ਲਿਆ ਸੀ? ਸਰਦਾਰ ਊਧਮ ਸਿੰਘ ਨੇ ਕਾਨੂੰਨ ਨਹੀਂ ਹੱਥ 'ਚ ਲਿਆ ਸੀ? ਸਰਦਾਰ ਭਗਤ ਸਿੰਘ ਨੇ ਕਾਨੂੰਨ ਨਹੀਂ ਹੱਥ 'ਚ ਲਿਆ ਸੀ? ਕਿ ਸੁੱਖੇ ਜਿੰਦੇ ਨੇ ਕਾਨੂੰਨ ਹੱਥ 'ਚ ਨਹੀਂ ਲਿਆ ਸੀ? ਕਿ ਅੱਜ ਜਥੇਦਾਰ ਹਵਾਰਾ ਨੂੰ ਕੌਮ, ਜਥੇਦਾਰ ਥਾਪੀ ਫਿਰਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ, ਉਹਨਾਂ ਦੀ ਵੇਟ ਕਰ ਰਹੇ ਆ, ਉਹਨਾਂ ਨੇ ਕਾਨੂੰਨ ਹੱਥ 'ਚ ਨਹੀਂ ਲਿਆ ਸੀ? ਮੈਨੂੰ ਇੱਕ ਗੱਲ ਤਾਂ ਦੱਸੋ, ਜਦੋਂ ਕਿਤੇ ਨਿਆਂ ਲੈਣਾ ਪੈਂਦਾ, ਤੁਹਾਨੂੰ ਪਤਾ ਵੀ ਰਾਜ ਕਰ ਰਹੀ ਧਿਰ ਨਿਆਂ ਨਹੀਂ ਦੇ ਰਹੀ, ਤੁਹਾਡੀ ਪਿੱਛੇ ਕਿੱਡਾ ਇੱਕ ਪੂਰਾ ਸਿਲਸਿਲਾ ਪਿਆ 6 ਸਾਲਾਂ ਦਾ। ਇਹ ਕੋਈ ਆਈਸੋਲੇਸ਼ਨ 'ਚ ਤਾਂ ਗੱਲ ਨਹੀਂ ਹੋਈ। ਪਰ ਫਿਰ ਆਖਿਰ ਸਿੱਧੂ ਸਾਹਿਬ ਗੱਲ ਕਿੱਥੇ ਨਿਬੜੂਗੀ ਫਿਰ? ਸਟੇਟ ਹੈ, ਸਰਕਾਰ ਹੈ, ਸਿੱਖਾਂ ਨੂੰ ਇਨਸਾਫ ਦੇ ਨਹੀਂ ਰਹੀ, ਸਿੱਖ ਕਹਿ ਰਹੇ ਆ ਕਿ ਇਨਸਾਫ ਮਿਲ ਨਹੀਂ ਰਿਹਾ, ਤੇ ਆਖਿਰ ਗੱਲ ਫਿਰ ਫਿਊਚਰ ਤੇ ਕਿੱਥੇ ਖੜੀ ਦਿਖ ਰਹੀ ਹੈ? ਇਹੀ ਗੱਲ ਨੂੰ ਸਮਝਣ ਦੀ ਲੋੜ ਆ ਵੀ ਗੱਲ ਨਿਬੜੂਗੀ ਕਿੱਥੇ। ਦੇਖੋ, ਗੱਲ ਆਏ ਆ, ਅੱਜ ਸਿੱਖ ਜਾਂ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਆ। ਇਹ ਐਂ ਖਲਾ ਚੋਂ ਨਹੀਂ ਬਣੀ ਗੱਲ, ਇਹ ਕਿਸੇ ਸੋਚ ਚੋਂ ਗੱਲ ਨਿਕਲੀ ਆ, ਕਿਸੇ ਸੰਘਰਸ਼ ਚੋਂ ਗੱਲ ਨਿਕਲੀ ਆ, ਕਿਸੇ ਇਤਿਹਾਸ ਚੋਂ ਗੱਲ ਨਿਕਲੀ ਆ। ਜਦੋਂ ਇਹ ਗੱਲ ਕਿਸੇ ਇਤਿਹਾਸ ਚੋਂ ਨਿਕਲੀ ਆ, ਹੁਣ ਉਸ ਇਤਿਹਾਸ ਬਾਰੇ ਤੁਸੀਂ ਜਾਣੋ। ਉਸ ਇਤਿਹਾਸ 'ਚ ਮੈਂ ਵਾਰ-ਵਾਰ ਇਹ ਗੱਲ ਕਹਿਣਾ ਹੁੰਦਾ, ਸਿੱਖ ਇਤਿਹਾਸ 'ਚ ਇੰਨਾ ਵੀ ਨੁਕਸ ਕੱਢ ਦਿਓ ਵੀ ਉਹ ਇਨਸਾਨੀਅਤ ਲਈ ਨਾ ਲੜਿਆ ਹੋਵੇ ਜਾਂ ਆਪਦੇ ਲਈ ਲੜਿਆ ਹੋਵੇ। ਇਨਸਾਨੀ ਹੱਕਾਂ ਖਾਤਰ ਸਾਡੇ ਗੁਰੂਆਂ ਤੋਂ ਲੈ ਕੇ ਸਾਡੇ ਸਿੰਘ ਸ਼ਹੀਦਾਂ ਨੇ, ਸਾਡੇ ਸਭ ਸੰਘਰਸ਼ੀ ਯੋਧਿਆਂ ਨੇ ਆਪਦੇ, ਤੁਸੀਂ ਇੱਕ ਸ਼ਹਾਦਤਾਂ ਦਿੱਤੀਆਂ, ਰਾਈਟ। ਹੁਣ ਉਸ ਇਤਿਹਾਸ 'ਚ ਜਦੋਂ ਤੁਸੀਂ ਨੁਕਸ ਨਹੀਂ ਕੱਢ ਸਕਦੇ, ਤੇ ਉਸ ਕੌਮ 'ਚ ਜਿਹੜੀ ਕੌਮ ਬਣੀ ਇਨਸਾਨੀਅਤ ਵਾਸਤੇ ਆ, ਤੇ ਕਿਉਂ ਬਣੀ ਆ ਉਹ? ਕਿਉਂ ਲੜਦੀ ਆ? ਕਿਉਂਕਿ ਉਹਦਾ ਭਰੋਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਸਾਡੇ ਗੁਰੂਆਂ 'ਚ। ਤੁਸੀਂ ਉਸ ਭਰੋਸੇ ਨੂੰ ਤੋੜੋ, ਤੁਸੀਂ ਸਾਨੂੰ ਸਾਡੇ ਗੁਰੂਆਂ ਤੋਂ ਤੋੜੋ, ਫਿਰ ਅਸੀਂ ਇਨਸਾਨੀਅਤ ਲਈ ਤਾਂ ਲੜ ਹੀ ਨਹੀਂ ਸਕਾਂਗੇ, ਆਪਦੀ ਪਛਾਣ ਖੋ ਦਾਂਗੇ। ਸੋ ਇਹਦਾ ਮਤਲਬ ਗੱਲ ਰੁਕੂ ਕਿੱਥੇ ਜਾ ਕੇ? ਗੱਲ ਇਹ ਇਹਨਾਂ ਨੂੰ ਸਮਝਣੀ ਪੈਣੀ ਆ, ਤੁਸੀਂ ਸਾਡੀ ਪਛਾਣ ਨੂੰ ਨਾ ਮਾਰੋ, ਸਾਡੀ ਹੋਂਦ ਤੇ ਨਾ ਹਮਲੇ ਕਰੋ। ਜੇ ਅਸੀਂ ਆਪਦੀ ਹੋਂਦ ਹੀ ਖੋਤੀ, ਫਿਰ ਅਸੀਂ ਕਿਵੇਂ ਤੁਹਾਡੇ ਲਈ ਲੜ ਪਾਂਗੇ? ਕਿਵੇਂ ਬਾਰਡਰਾਂ ਤੇ ਜਾ ਕੇ ਅਸੀਂ ਲੜਾਂਗੇ? ਹਨਾ, ਜਦੋਂ ਤੁਸੀਂ ਸਾਨੂੰ ਬਾਰਡਰਾਂ ਤੇ ਲੜਾਉਣਾ, ਉਦੋਂ ਤੁਸੀਂ ਉਹੀ ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗਦੇ ਆ, ਤੁਸੀਂ ਆਪ ਸਾਡੇ ਨਾਲ ਲਾਉਣੇ ਹੋ। ਹਨਾ, ਜਦੋਂ ਲੰਗਰ ਲਾਉਣੇ ਆ, ਉਦੋਂ ਤੁਸੀਂ ਸਾਨੂੰ ਚੰਗਾ ਕਹਿੰਦੇ ਹੋ। ਤੇ ਜਦੋਂ ਫਿਰ ਅਸੀਂ ਆਪਦੇ ਗੁਰੂ ਤੇ, ਜਿੱਤੋਂ ਸਾਨੂੰ ਇਹ ਭਰੋਸਾ ਤੇ ਵਿਸ਼ਵਾਸ ਮਿਲਿਆ ਵੀ ਇਨਸਾਨੀਅਤ ਖਾਤਰ ਲੜੋ, ਜਦੋਂ ਉਹਦੇ ਤੇ ਹਮਲਾ ਕਰਦਾ ਕੋਈ, ਉਹਨੂੰ ਅਸੀਂ ਨਿਆਂ ਅਸੀਂ ਆਪਦਾ ਲੈਂਦੇ ਆ, ਉਦੋਂ ਤੁਸੀਂ ਕਹਿੰਦੇ ਆ ਇਹ ਗਲਤ ਆ। ਫਿਰ ਇਹ ਤਾਂ ਦੂਰੇ ਮਾਪਦੰਡ ਹੋ ਗਏ ਨਾ। ਜਦੋਂ ਤੁਸੀਂ ਜਾਂ ਤਾਂ ਇਹ ਕਹਿ ਲਓ ਵੀ ਸਿੱਖੀ ਨੂੰ ਤੁਸੀਂ ਸਿਰਫ ਲੰਗਰ ਲਾਉਣ ਤੱਕ ਹੀ ਸੀਮਤ ਰੱਖੋ, ਜਾਂ ਤਾਂ ਸਿੱਧੀ ਗੱਲ ਕਰੋ ਤੁਸੀਂ। ਇਹ ਤਾਂ ਕਹਿੰਦੇ ਆ ਵੀ ਇਸ ਅੰਸ਼ ਨੂੰ ਤਾਂ ਤੁਸੀਂ
ਜਿਉਂਦਾ ਰੱਖੋ। ਤੁਸੀਂ ਮੰਨਦੇ ਹੋ ਕਿ ਲੰਗਰ ਲਾਉਣ ਦੇ ਨਾਲ ਜੇ ਲੋੜ ਪੈਂਦੀ ਹੈ ਤਾਂ ਹਥਿਆਰ ਚੁੱਕਣ ਦੀ ਵੀ ਜ਼ਰੂਰਤ ਪੈ ਸਕਦੀ? ਕਦੋਂ ਪੈਂਦੀ ਆ? ਦੇਖੋ, ਹਥਿਆਰ ਕਦੇ ਵੀ ਇਸ ਪੰਥ ਨੇ ਅੱਜ ਤੱਕ ਕਦੇ ਇਸ ਕਰਕੇ ਨਹੀਂ ਚੱਕੇ ਵੀ ਇਹਨਾਂ ਨੇ ਕੋਈ ਐਕਸ਼ਨ ਹੋ ਗਿਆ ਤੇ ਉਹਦਾ ਰਿਐਕਸ਼ਨ, ਕੋਈ ਵਿਰੋਧ। ਇਹ ਤਾਂ ਲੜਦੇ ਹੋਏ ਵੀ ਨਿਰਵੈਰ ਹੁੰਦੇ ਸੀ, ਜੰਗਾਂ 'ਚ ਵੀ ਨਿਰਵੈਰ ਹੁੰਦੇ ਸੀ, ਵੀ ਵੈਰ ਕੋਈ ਨਹੀਂ। ਪਰ ਜਦੋਂ ਧਰਮ ਦੀ ਸਥਾਪਨਾ ਕਰਨੀ ਪੈਂਦੀ ਆ, ਉਦੋਂ ਜਦੋਂ ਸਾਰੇ ਰਾਹ ਬੰਦ ਹੋ ਜਾਣ, ਉਦੋਂ ਫਿਰ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਉਸ ਵੇਲੇ ਸ਼੍ਰੀ ਸਾਹਿਬ ਚੱਕਣੀ ਪੈਂਦੀ ਆ, ਹੈ ਨਾ। ਸੋ ਗੱਲ ਤਾਂ ਧਰਮ ਦੀ ਸਥਾਪਨਾ ਦੀ ਆ। ਉਹ ਧਰਮ ਕੱਲਾ ਸਿੱਖ ਧਰਮ ਨਹੀਂ ਆ। ਕੱਲ੍ਹ ਨੂੰ ਹਿੰਦੂ ਧਰਮ ਦੀ ਸਥਾਪਨਾ ਕਰਨੀ ਪਈ, ਕੱਲ੍ਹ ਨੂੰ ਜੇ ਉਹਨਾਂ ਤੇ ਕੋਈ ਹਮਲਾ, ਉਹਨਾਂ ਦੇ ਹੱਕਾਂ ਤੇ ਹਮਲਾ ਹੁੰਦਾ, ਫੇਰ ਖੜੇ ਆ ਇਹ। ਕੱਲ੍ਹ ਨੂੰ ਮੁਸਲਮਾਨਾਂ ਤੇ ਕੋਈ ਹਮਲਾ ਹੁੰਦਾ, ਫੇਰ ਖੜੇ ਆ ਇਹ। ਕੱਲ੍ਹ ਨੂੰ ਹੋਰ ਕਿਸੇ ਤੇ ਹਮਲਾ ਹੁੰਦਾ। ਗੱਲ ਤਾਂ ਵਿਆਪਕਤਾ ਨੂੰ, ਇੱਕ ਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਦੀ ਆ, ਹੈ ਨਾ। ਜਦੋਂ ਸਿੱਖੀ ਨੇ, ਜਦੋਂ ਤੁਸੀਂ ਦੇਖੋ ਗੁਰੂ ਸਾਹਿਬ ਨੇ ਜਦੋਂ ਜਨੇਊ ਲਾਹੇ ਜਾਂਦੇ ਸੀ, 1.25 ਮਣ ਜਨੇਊ ਇੱਕ ਦਿਨ 'ਚ ਲੈਂਦਾ ਸੀ, ਤਾਂ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਜਾ ਕੇ। ਉਹ ਵਰਤਾਰਾ ਰੁਕਿਆ ਕਿਉਂ? ਹਾਲਾਂਕਿ ਸਿਧਾਂਤਕ ਤੌਰ ਤੇ ਜਨੇਊ ਦੇ ਅਸੀਂ ਵਿਰੋਧੀ ਸੀ, ਪਰ ਨਹੀਂ, ਇਸ ਵਿਆਪਕਤਾ ਨੂੰ ਖਤਮ ਨਹੀਂ ਕਰਨਾ। ਸੰਘਰਸ਼ ਹੀ ਇਹ ਆ। ਫਿਰ ਜਿਹੜੀ ਇਹ ਕੌਮ ਇਹ ਵਿਆਪਕਤਾ ਨੂੰ ਪ੍ਰੋਟੈਕਟ ਕਰਨ 'ਚ ਲੱਗੀ ਆ, ਜਿਹਨੂੰ ਕੁਦਰਤ ਪ੍ਰੋਟੈਕਟ ਕਰਦੀ ਆ, ਤੁਸੀਂ ਉਸ ਕੰਮ ਨੂੰ ਕਹਿੰਦੇ ਆ ਤੁਸੀਂ ਆਪਦੀ ਪਛਾਣ ਖਤਮ ਕਰ ਲਓ। ਠੀਕ ਹੈ। ਦੀਪ ਸਿੱਧੂ ਦੀ ਜੇਕਰ ਗੱਲ ਕਰੀਏ, ਕਿਸਾਨੀ ਅੰਦੋਲਨ ਦੇ ਵਿੱਚ ਜ਼ਿਆਦਾ ਪਾਇਆ ਜਾਂ ਬਹੁਤ ਜ਼ਿਆਦਾ ਖੋਇਆ? ਨਹੀਂ ਜੀ, ਦੇਖੋ, ਇਹ ਤਾਂ ਗੱਲ ਨਹੀਂ ਹੁੰਦੀ ਖੋਣ ਦੀ, ਪਾਇਆ ਹੀ ਆ। ਇਹਨੂੰ ਦੁਨਿਆਵੀ ਤੌਰ ਤੇ ਨਾ ਦੇਖੋ, ਤੁਸੀਂ ਇਹਨੂੰ ਆਰਥਿਕ ਤੌਰ ਤੇ ਵੀ ਨਾ ਦੇਖੋ, ਹੈ ਨਾ। ਇਸ ਗੱਲ ਨੂੰ ਤੁਸੀਂ ਕਿਸੇ ਹੋਰ ਸਬਕੌਂਸ਼ੀਅਸ ਮਾਈਂਡ 'ਚ ਇੱਕ ਜਜ਼ਬਾ ਪਿਆ, ਉਸ ਤੌਰ ਤੇ ਸਮਝੋ। ਹੁਣ ਬਾਬਾ ਜੀ ਸਰਦਾਰ ਸੁਖਦੇਵ ਸਿੰਘ ਮੇਰੇ ਨਾਲ ਖੜੇ ਆ। ਜਦੋਂ ਬਾਬਾ ਜੀ ਮੈਨੂੰ ਅਦਾਲਤ 'ਚ ਪੇਸ਼ ਕੀਤਾ ਨਾ, ਉਦੋਂ ਮੈਂ ਭੁੱਖਾ ਸੀ, ਕੁਛ ਨਹੀਂ ਖਾਧਾ, ਕੁਛ ਪੀਤਾ ਨਹੀਂ ਸੀ, ਦਿੱਤਾ ਨਹੀਂ ਸੀ ਕੁਛ। ਪਹਿਲੀ ਵਾਰੀ ਅਦਾਲਤ 'ਚ ਪੇਸ਼ ਕੀਤਾ, ਮੇਰੇ ਤੋਂ ਲਿਟਰਲੀ ਮੇਰਾ ਮੂੰਹ ਸੁੱਕਿਆ ਹੋਇਆ ਸੀ, ਕਿਉਂਕਿ ਉਹਨਾਂ ਨੇ ਇਹ ਠਾਣ ਰੱਖੀ ਸੀ ਵੀ ਇਹਨੂੰ 2-3 ਦਿਨ ਨਹੀਂ ਦੇਣਾ। ਤੇ ਇਹ ਸਿਚੁਏਸ਼ਨ ਮੈਂ ਪਹਿਲੀ ਵਾਰੀ ਇਨਕਾਊਂਟਰ ਕੀਤੀ ਸੀ। ਅੱਛਾ, ਜਦੋਂ ਜੇਲ੍ਹ 'ਚ ਮਿਲੇ ਬਾਬਾ ਜੀ ਨੂੰ, ਬਾਬਾ ਜੀ ਵੀ ਮੇਰੇ ਬਾਰੇ ਇਹੀ ਸੋਚਦੇ ਸੀ ਵੀ ਇਹ ਸਰਕਾਰ ਦਾ ਬੰਦਾ, ਤੇ ਇਹ ਪਹਿਲਾਂ ਹੀ ਚਲਾ ਗਿਆ ਸੀ ਲਾਲ ਕਿਲੇ। ਇਹਨਾਂ ਨੇ ਮੈਨੂੰ ਸਵਾਲ ਵੀ ਕੀਤੇ, ਫਿਰ ਮੈਨੂੰ ਕਿਹਾ ਅਦਾਲਤ 'ਚ ਤੇਰੇ ਤੋਂ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਫਿਰ ਮੈਂ ਬਾਬਾ ਜੀ ਨੂੰ ਇਹ ਗੱਲ ਦੱਸੀ, ਜੇਲ੍ਹ 'ਚ ਅਸੀਂ ਇਕੱਠੇ ਬੈਠੇ, ਨਹੀਂ ਬਾਬਾ ਜੀ ਤੁਸੀਂ ਕਿਹਾ ਤੇਰੇ ਤੋਂ, ਤੂੰ ਤਾਂ ਜਿਵੇਂ ਕਬੂਤਰ ਨਹੀਂ ਭੱਜੇ ਹੁੰਦੇ, ਐਂ ਹੋਇਆ ਪਿਆ ਸੀ ਵੀ ਐਂ। ਮੈਂ ਕਿਹਾ ਬਾਬਾ ਜੀ ਗੱਲ ਇਹ ਆ ਵੀ ਮੈਨੂੰ ਜਦੋਂ ਇਹ ਲੈ ਕੇ ਆਏ, ਉਦੋਂ ਤੋਂ ਨਾ ਮੈਂ ਕੁਛ ਖਾਧਾ ਨਾ ਪੀਤਾ, ਹੈ ਨਾ। ਫਿਰ ਮੈਂ ਐਡਾ ਕਿੱਡਾ ਕੀ ਉਹਦਾ ਵੀ ਇਹ ਗੱਲ ਮੈਨੂੰ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ, ਕਿਉਂਕਿ ਮੀਡੀਆ ਆਏ ਵੀ ਮੈਨੂੰ ਟੈਰਰਿਸਟ ਬਣਾਤਾ। ਉੱਥੇ ਈਵਨ ਇੱਕ ਤੁਹਾਨੂੰ ਇਨਸੀਡੈਂਟ ਦੱਸਦਾ, ਮੈਨੂੰ ਅਦਾਲਤ ਵੱਲ ਨੂੰ ਲਿਜਾ ਰਹੇ ਆ, ਪਿੱਛੇ ਸਾਡੇ ਕੋਈ ਬੰਦੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿੱਥੇ ਲੈ ਕੇ ਜਾਣਾ, ਹੈ ਨਾ, ਉਹ ਉਹਨਾਂ ਦੀਆਂ ਪੁਲਿਸ ਦੀਆਂ ਕਾਰਾਂ ਦਾ ਪਿੱਛਾ ਕਰ ਰਹੇ ਆ, ਤੇ ਪੱਤਰਕਾਰ ਵੀ ਪਿੱਛਾ ਕਰ ਰਹੇ ਆ। ਤਾਂ ਇਹ ਭੱਜ ਰਹੇ ਆ ਜਿਵੇਂ ਪਤਾ ਨਹੀਂ ਕਿੱਡੇ ਇੱਕ ਵੱਡੇ ਟੈਰਰਿਸਟ ਨੂੰ ਲੈ ਕੇ ਜਾ ਰਹੇ ਆ। ਤੇ ਮੈਨੂੰ ਇੱਕੋ ਤਰ੍ਹਾਂ ਦੀਆਂ 5 ਗੱਡੀਆਂ 'ਚ ਕਿਹਦੇ 'ਚ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ। ਹੁਣ ਉਹਦੇ 'ਚ ਬਹਾ ਕੇ ਅਦਾਲਤ ਵੱਲ ਲੈ ਕੇ ਜਾ ਰਹੇ ਆ। ਮੀਡੀਆ ਵਾਲੇ ਘੱਟੋ ਘੱਟ ਨਹੀਂ ਤਾਂ 100 ਤੋਂ ਉੱਤੇ ਬੰਦਾ। ਇੱਕ ਮੀਡੀਆ ਵਾਲੇ ਦੀ ਗੱਡੀ ਵੱਜੀ ਸਕੂਟਰ 'ਚ, ਉਹਨੇ ਉੱਤਰ ਕੇ ਸਕੂटर वाले ਨੂੰ गाल कढ़ी कि तुझे पता नहीं है कितने बड़े टेररिस्ट को लेके जा रहे हैं और तू हमारे सामने स्कूटर लेके आ गया। मतलब आ हालात हुण इस इन्हां हालातां नाल मैं पहली वारी मेरा तारुफ होया है ना। ਜਿਹੜਾ ਬੰਦਾ ਅਦਾਲਤਾਂ 'ਚ ਲੋਕਾਂ ਨੂੰ ਬਚਾਉਂਦਾ ਹੁੰਦਾ ਸੀ ਉਹ ਅਦਾਲਤ 'ਚ ਅੱਜ ਆਪ ਖੜਾ। ਉੱਥੇ ਬਾਬਾ ਜੀ ਵੀ ਮੈਨੂੰ ਮਿਲੇ। ਅੱਛਾ ਉਹ ਇੱਕ ਹਾਲਤ ਕੁਛ ਹੋਰ ਸੀ। ਫਿਰ ਬਾਬਾ ਜੀ ਨਾਲ ਵੀ ਸਾਰੀਆਂ ਗੱਲਾਂ ਕਲੀਅਰ ਹੋਈਆਂ। ਫਿਰ ਜੇਲ੍ਹ 'ਚ ਅਸੀਂ 2 ਮਹੀਨੇ ਇਕੱਠੇ ਰਹੇ। ਬਾਬਾ ਜੀ ਨੇ ਐਡੇ ਚੜ੍ਹਦੀ ਕਲਾ ਵਾਲੇ ਸਿੰਘ ਆ ਵੀ ਇਹਨਾਂ ਨੇ ਬੜਾ ਹੌਸਲਾ ਦਿੱਤਾ, ਕੋਈ ਸ਼ੱਕ ਨਹੀਂ ਇਹਦੇ 'ਚ। ਫਿਰ ਜਿਹੜੇ ਬੰਦੇ ਇਹ ਕਰੀ ਜਾਂਦੇ ਰਹਿੰਦੇ ਸੀ ਵੀ ਜੇਲ੍ਹ 'ਚ ਤਾਂ ਇਹ ਤਾਂ ਗੈਸਟ ਹਾਊਸ 'ਚ ਸੀ, ਇਹ ਕਾਹਦੀ ਜੇਲ੍ਹ ਸੀ। ਜੇਲ੍ਹ ਤਾਂ ਪੁੱਛੋ ਨਾ ਸਾਡੇ ਵਾਸਤੇ ਵੀ ਇਹੋ ਜਿਹੇ ਬੰਦੇ ਆਜ਼ਾਦ ਜਿਨ੍ਹਾਂ ਨੂੰ ਇੱਕ ਕੋਠੜੀ 'ਚ ਤਾੜ ਦੇਣਾ। ਬਾਬਾ ਜੀ ਇੱਕ ਦਿਨ ਕਹਿੰਦੇ ਤੇਰਾ ਸੈੱਲ ਵੇਖਣਾ। ਮੇਰਾ ਸੈੱਲ ਦੇਖਣ ਆਏ ਤੇ ਥੱਲੇ ਜਿਹੜਾ ਉਹ ਬਿਸਤਰਾ ਜਿਹਾ ਲੱਗਿਆ ਸੀ ਗਰਾਊਂਡ 'ਤੇ ਹੀ ਚਾਦਰਾਂ ਜਿਹੀਆਂ ਵਿਛਾਈਆਂ ਸੀ 2। ਕਹਿੰਦੇ ਯਾਰ ਇਹਨਾਂ ਨੂੰ ਕਹਿ ਤੈਨੂੰ ਮਾੜਾ ਮੋਟਾ ਗੱਦਾ ਗੁੱਦਾ ਦੇਣ ਵੀ ਆਏ ਆਪਾਂ ਕਿਹੜਾ ਆਪਾਂ ਕਿਸਾਨ ਸੰਘਰਸ਼ ਦੇ ਬੰਦੇ ਆ, ਆਪਾਂ ਕੋਈ ਮੁਜਰਮ ਥੋੜ੍ਹੀ ਆ। ਇਹਨਾਂ ਨੇ ਤਾਂ ਬਹੁਤ ਚੜ੍ਹਦੀ ਕਲਾ 'ਚ ਇਹ ਹੁੰਦਾ ਹੌਸਲਾ ਜਿਹੜਾ ਅੰਦਰ ਆਪਦੇ ਬੰਦੇ ਦਿੰਦੇ ਆ। ਪਰ ਦੀਪ ਇੱਕ ਗੁੱਸਾ ਜਾਂ ਕੀ ਲਫ਼ਜ਼ ਤੁਸੀਂ ਵਰਤੋਗੇ ਕਿਉਂਕਿ ਜਦੋਂ ਤੁਸੀਂ ਕੁਝ ਉਸ ਤਰ੍ਹਾਂ ਦੇ ਨਹੀਂ ਹੈਗੇ ਤੁਹਾਨੂੰ ਉਸ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ, ਅਹਿਸਾਸ ਉਹ ਕਿਸ ਤਰ੍ਹਾਂ ਦਾ ਹੁੰਦਾ ਕਿਉਂਕਿ ਤੁਹਾਡੇ ਤੋਂ ਬਿਹਤਰ ਹੋਰ ਕੋਈ ਦੱਸ ਨਹੀਂ ਸਕਦਾ। ਦੇਖੋ ਗੱਲ ਇਹ ਹੈ ਬਾਈ ਜੀ, ਦਿਲ ਟੁੱਟਦਾ, ਬਾਰ-ਬਾਰ ਤੁਸੀਂ ਆਪਦੇ ਆਪ ਨੂੰ ਸਾਂਭਦੇ ਹੋ, ਫਰਕ ਪਾਉਂਦੀਆਂ ਗੱਲਾਂ
ਫਿਰ ਆਪਦੇ ਆਪ ਨੂੰ ਫਿਰ ਇਕੱਠਾ ਕਰਦੇ ਹੋ, ਹੈ ਨਾ। ਸੋ ਜਦੋਂ ਇਹ ਗੱਲਾਂ ਕੀ ਹੁੰਦੀਆਂ ਦੈਟ 26 ਜਨਵਰੀ ਨੂੰ ਜਦੋਂ ਜੋ ਕੁਝ ਹੋਇਆ ਦੀਪ ਸਿੱਧੂ ਨੇ ਨਹੀਂ ਕੀਤਾ, ਉਹ ਇੱਕ ਵਹਿਣ ਸੀ, ਸੰਗਤ ਨੇ ਕੀਤਾ। ਦੀਪ ਸਿੱਧੂ ਤਾਂ ਆਪ ਮਸਾਂ ਭੱਜ ਕੇ ਰਲਿਆ, ਸੋ ਉਹ ਸੰਗਤ ਨੇ ਸਾਰੀ ਗੱਲ ਜੋ ਹੋਇਆ ਉਹ ਹੋਇਆ, ਹੈ ਨਾ। ਵੀ ਅਸੀਂ ਖਾਲਸਾਈ ਨਿਸ਼ਾਨ ਸਾਹਿਬ ਉੱਥੇ ਝੁੱਲਿਆ, ਕਿਸਾਨੀ ਝੰਡਾ ਝੁੱਲਿਆ, ਆਪਦਾ ਇੱਕ ਪ੍ਰੋਟੈਸਟ ਦਰਜ ਕਰਵਾਇਆ। ਹੁਣ ਗੱਲ ਇਹ ਆ ਵੀ ਉਦੋਂ ਬਾਅਦ ਜੋ 26 ਜਨਵਰੀ ਨੂੰ ਇੱਕ ਬਿਰਤਾਂਤ ਰਚਿਆ ਜਾਂਦਾ, ਉਹ ਬਿਰਤਾਂਤ ਇਹ ਰਚਿਆ ਜਾਂਦਾ ਵੀ ਇਹ ਬੰਦੇ ਨੇ ਜਾਣ ਕੇ ਢਾਹ ਲਾਈ ਆ ਸੰਘਰਸ਼ ਨੂੰ। ਹੁਣ ਜਦੋਂ ਇਹ ਗੱਲ ਸੁਣਦੇ ਆ ਫਿਰ ਇਹ ਕਹਿੰਦੇ ਹੁੰਦੇ ਆ ਆਪਾਂ ਦੈਟ ਯੂ ਹੈਵ ਬ੍ਰੋਕਨ ਮਾਈ ਹਾਰਟ ਇਨਟੂ ਮਿਲੀਅਨ ਪੀਸਸ, ਹੈ ਨਾ। ਉਹ ਲੱਖਾਂ ਟੋਟਿਆਂ 'ਚ ਮੇਰਾ ਦਿਲ ਤੋੜਤਾ ਤੁਸੀਂ, ਵਾਕਈ। ਫਿਰ ਜਦੋਂ ਉਦੋਂ ਬਾਅਦ ਤੁਹਾਨੂੰ ਪਲਾਂਟਡ, ਤੁਹਾਨੂੰ ਗਦਾਰ, ਤੁਹਾਨੂੰ ਮੋਦੀ ਦਾ ਦਲਾਲ, ਆਈ ਡੋਂਟ ਨੋ ਕਾਈਂਡ ਆਫ ਵਰਡਸ ਦੇ ਯੂਜ਼। ਮੈਂ ਇੱਕ ਇਨਸਾਨ ਆ, ਸੈਂਸਿਟਿਵ ਬੰਦਾ, ਬੜਾ ਸੰਵੇਦਨਸ਼ੀਲ ਹਾਂ, ਇਸੇ ਲਈ ਮੈਂ ਤੁਰਿਆ ਫਿਰਦਾ ਜਜ਼ਬਾ ਲੈ ਕੇ। ਉਹ ਦਿਲ ਟੁੱਟਦਾ, ਫਿਰ ਤੁਸੀਂ ਆਪਦੇ ਆਪ ਨੂੰ ਖੜਾ ਕਰਦੇ ਹੋ, ਫਿਰ ਕਿਵੇਂ ਨਾ ਕਿਵੇਂ ਤੁਹਾਨੂੰ ਕਿਤੇ ਅਰਦਾਸ ਬੇਨਤੀ ਕਰਕੇ ਤੁਸੀਂ ਉਹ ਆਪਦੇ ਅੰਦਰ ਜਜ਼ਬਾ ਲੈ ਕੇ ਆਉਣੇ ਹੋ। ਕਦੇ ਇਹ ਵੀ ਗੱਲ ਆਉਂਦੀ ਆ ਵੀ ਕੀ ਲੈਣਾ ਆਪਾਂ ਯਾਰ, ਕੀ ਲੈਣਾ ਆਪਾਂ ਜਥੇਬੰਦੀ ਬਣਾ ਕੇ, ਕੀ ਲੈਣਾ ਆਪਾਂ ਇਹਨਾਂ ਬੰਦਿਆਂ ਨੂੰ ਜਗਾ ਕੇ। ਹੁਣ ਤਾਂ ਬਣ ਗਈ ਹੈ, ਹੁਣ ਤਾਂ ਸੰਗਠਿਤ ਹੋ ਗਈ ਹੈ। ਪਰ ਉਹ ਇੱਕ ਸਮਾਲ ਸਟੈਪ ਆ, ਆਪਾਂ ਇਹ ਤਾਂ ਨਹੀਂ ਪ੍ਰੋਮਿਸ ਕੀਤਾ ਵੀ ਰਾਤ ਸਭ ਕੁਝ ਬਦਲ ਦਾਂਗੇ, ਇੱਕ ਬੜਾ ਸਮਾਲ ਸਟੈਪ ਆ। ਪੋਲੀਟੀਕਲ ਪਾਰਟੀ ਬਣਦੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਮਾਂ ਲੱਗ ਸਕਦਾ ਜਾਂ ਹਜੇ ਬਹੁਤ ਸਮਾਂ? ਨਹੀਂ, ਪੋਲੀਟੀਕਲ ਪਾਰਟੀ ਦੇਖੋ, ਗੱਲ ਇਹ ਆ ਵੀ ਪੋਲੀਟੀਕਲ ਪਾਰਟੀ ਕੀ ਕਰੂਗੀ, ਹੈ ਨਾ। ਸਾਡਾ ਮੇਨ ਮਕਸਦ ਕੀ ਆ, ਸਾਡਾ ਸੰਘਰਸ਼ ਕੀ ਆ? ਸਾਡਾ ਸੰਘਰਸ਼ ਚੋਣਾਂ 'ਚ ਜਿੱਤ ਕੇ ਪਾਵਰ ਹਾਸਲ ਕਰਨਾ ਜਿੰਨੀ ਕੁ ਹੈਗੀ ਆ, ਕਿ ਸਾਡਾ ਸੰਘਰਸ਼ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਦੇ ਹੱਕ ਹਕੂਕ ਦੀ ਗੱਲ ਕਰਨਾ। ਇਸ ਧਰਤੀ ਗੁਰੂਆਂ ਦੀ ਧਰਤੀ, ਜੋ ਇੱਥੇ ਸਾਂਝੀਵਾਲਤਾ ਸੀ ਸਾਡੇ ਹਿੰਦੂਆਂ 'ਚ, ਮੁਸਲਮਾਨਾਂ 'ਚ, ਸਾਈਆਂ 'ਚ, ਸਿੱਖਾਂ 'ਚ, ਉਹਨੂੰ ਬਰਕਰਾਰ ਰੱਖਣਾ, ਪੰਜਾਬ ਪੱਖੀ ਸੋਚ ਬਰਕਰਾਰ ਰੱਖਣੀ, ਜਿਹੜੀ ਸਾਡੇ ਤੋਂ 1849 ਤੋਂ ਬਾਅਦ ਖੋਹ ਲਈ ਗਈ ਆ, ਹੈ ਨਾ। ਹੁਣ ਸਾਨੂੰ ਵੰਡਤਾ ਕਿਵੇਂ? ਸਾਡਾ ਤਾਂ ਸੰਘਰਸ਼ ਹੀ ਬਹੁਤ ਲੰਬਾ ਭਾਈ। ਇੱਥੇ ਇਕੱਲੀ ਪੋਲੀਟੀਕਲ ਜਿਹੜੀ ਵੋਟ ਪੋਲੀਟਿਕਸ ਹੈ ਨਾ, ਉਹ ਤਾਂ 20% ਦੀ ਸਟਰਗਲ ਆ, 80% ਸਟਰਗਲ ਹੋਰ ਪਾਸੇ ਪਈ ਆ ਜਿਹੜੀ ਸਾਨੂੰ ਕਰਨੀ ਪੈਣੀ। 2022 'ਚ ਜਥੇਬੰਦੀ ਨੂੰ ਤੁਹਾਡੀ ਕਿਸ ਤਰ੍ਹਾਂ ਦੇ ਨਾਲ ਦੇਖਿਆ ਜਾ ਸਕਦਾ? ਕੁਛ ਨਹੀਂ ਦੇਖੋ, ਕੁਛ ਨਾ ਦੇਖੋ। 2022 'ਚ ਕੀ ਕਰ ਲਾਂਗੇ ਅਸੀਂ? ਨਾ ਸਾਡੇ ਕੋਲੇ ਪੈਸਾ, ਨਾ ਸਾਡੇ ਕੋਲੇ ਕੋਈ ਦਫ਼ਤਰ ਆ, ਨਾ ਸਾਡੇ ਕੋਲੇ ਕੋਈ ਆਪਦਾ ਕਾਡਰ ਆ, ਨਾ ਸਾਡੇ ਕੋਲੇ ਇਹ ਕਹਿ ਲਈਏ ਵੀ ਕੋਈ ਪੋਲੀਟੀਕਲੀ ਸੋਚਦੇ ਬੰਦੇ ਆ, ਹੈ ਨਾ। ਨਾ ਕੋਈ ਰਿਸੋਰਸਿਸ ਹੀ ਨਹੀਂ ਆ। ਕੀ ਕਰ ਲਾਂਗੇ 2022 'ਚ? 2022 ਵੀ ਕੀ ਕਰ ਲੂ? ਪਹਿਲਾਂ ਕਿੰਨੀਆਂ ਚੋਣਾਂ ਆ ਗਈਆਂ, ਕੀ ਕਰ ਗਈਆਂ? ਇੱਕ ਬੰਦਾ ਤਾਂ ਗਿਣਾ ਦਿਓ ਜਿਹੜਾ ਚੋਣਾਂ 'ਚ ਜਿੱਤ ਕੇ ਤੁਹਾਡੇ ਲਈ ਬਹੁਤ ਕੁਝ ਕਰ ਗਿਆ ਹੋਵੇ, ਇੱਕ ਬੰਦਾ 1947 ਤੋਂ ਬਾਅਦ। ਫਿਰ ਅਸੀਂ ਕੀ ਕਰ ਦਾਂਗੇ? ਫਿਰ ਐਵੇਂ ਹੀ ਲੋਕਾਂ ਨੂੰ ਆਪਾਂ ਜੁਮਲੇ ਦੇਈ ਜਾਈਏ, ਹੈ ਨਾ, ਤੇ ਉਹਦੇ 'ਚ ਘੁੰਮਣ ਘੇਰੀ 'ਚ ਪਾਈ ਰੱਖੀਏ, ਐਵੇਂ ਫੰਡ ਮੰਗਾਈ ਜਾਈਏ ਲੋਕਾਂ, ਹੈ ਨਾ, ਬੰਦਿਆਂ ਤੋਂ, ਆਪਦਿਆਂ ਤੋਂ। ਨਹੀਂ, ਇਹ ਗੱਲਾਂ 'ਚ ਕੋਈ ਫਾਇਦਾ ਨਹੀਂ, ਨਾ ਹੀ ਇਹ ਆਪਾਂ ਕਰ ਸਕਦੇ ਹਾਂ। ਜਿੰਨੀ ਕੁ ਸਮਰੱਥਾ ਉਨੀ ਕੁ ਗੱਲ ਕਰਾਂਗੇ ਪਿੰਡ ਲੈਵਲ ਤੇ, ਛੋਟੇ ਪੱਧਰ ਤੇ, ਇੱਕ ਆਪਦੇ ਹਿਸਾਬ ਨਾਲ ਜੇ ਸਟੇਟ ਦੇ ਸਾਹਮਣੇ, ਹੈ ਨਾ, ਇੱਕ ਪੈਰਲਰ ਸਿਸਟਮ ਕ੍ਰੀਏਟ ਕਰਕੇ ਉੱਥੋਂ ਸ਼ੁਰੂ ਕਰਕੇ ਦੇਖਦੇ ਹਾਂ ਕਿੱਥੋਂ ਤੱਕ ਪਹੁੰਚਦੇ ਹਾਂ। ਆਖਰੀ ਸਵਾਲ ਹੈ ਕਿ ਕਿਸਾਨੀ ਅੰਦੋਲਨ ਦੇ ਲਈ ਹੁਣ ਕੀ ਯੋਗਦਾਨ ਰਹੂਗਾ ਅੱਗੇ? ਨੌਜਵਾਨਾਂ ਨੂੰ ਕਿਵੇਂ ਲੈ ਕੇ ਚੱਲੋਗੇ? ਬਾਬਾ ਜੀ ਤੋਂ, ਸਦਾ ਸੁਖਦੇਵ ਸਿੰਘ ਜੀ ਤੋਂ ਪੁੱਛੋ ਵੀ ਕੀ ਯੋਗਦਾਨ ਰਹੂਗਾ। ਅਸੀਂ ਉਸ ਅੰਦੋਲਨ ਦੇ ਨਾਲ, ਮੈਨੂੰ ਲੱਗਦਾ ਬਾਬਾ ਜੀ ਤੁਸੀਂ ਤਾਂ ਹਰ ਹਫ਼ਤੇ ਹੀ ਉੱਥੇ ਹੁੰਦੇ ਹੋ। ਨਹੀਂ, ਅਸੀਂ ਤਾਂ ਨਹੀਂ ਉੱਥੇ। ਹਾਂ, ਪੁੱਛੋ ਬਾਬਾ ਜੀ ਤੋਂ। ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਬਾਬਾ ਜੀ, ਕਿਉਂਕਿ ਨੌਜਵਾਨ ਆਗੂ ਨੇ, ਤੁਸੀਂ ਵੀ ਸਪੋਰਟ ਕਰ ਰਹੇ ਹੋ, ਜਿਸ ਤਰੀਕੇ ਦੇ ਨਾਲ ਦੀਪ ਹੋਰਾਂ ਨੇ ਦੱਸਿਆ ਕਿ ਉੱਥੇ ਤੁਸੀਂ ਜੇਲ੍ਹ ਦੇ ਵਿੱਚ ਵੀ ਇਕੱਠੇ ਰਹੇ, ਕੀ ਲੱਗਦਾ ਹੈ ਕਿ ਨੌਜਵਾਨ ਹੁਣ ਅੱਗੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਗੇ? ਵਧੀਆ ਨਿਭਾਉਣਗੇ ਭੂਮਿਕਾ, ਜੋ ਇਹਨਾਂ ਵਾਰਸ ਪੰਜਾਬ ਦੇ ਪਾਰਟੀ ਬਣਾਈ ਹੈ, ਔਰ ਚੜ੍ਹਦੀ ਕਲਾ 'ਚ ਰਹੇਗੀ, ਚੜ੍ਹਦੀ ਕਲਾ ਦੇ ਕੰਮ ਕਰੇਗੀ। ਫਿਰ ਉਹ ਤਾਂ ਕਹਿੰਦੇ ਕਿ ਸਾਧਨ ਨਹੀਂ ਹੈਗੇ ਸਾਡੇ ਕੋਲ ਇੰਨੇ ਵਸੀਲੇ ਨਹੀਂ, ਨਾ ਸਾਡੇ ਕੋਲ ਇੰਨਾ ਪੈਸਾ ਕਿ ਅਸੀਂ 2022 ਦੀਆਂ ਚੋਣਾਂ 'ਚ ਲੜਨਾ ਤਾਂ ਦੂਰ ਵੀ ਸੋਚ ਵੀ ਨਹੀਂ ਸਕਦੇ ਹਲੇ ਤਾਂ। ਇੱਦਾਂ ਇਹ ਚੋਣਾਂ ਦੀ ਗੱਲ ਅਲੱਗ ਹੈ, ਜਿਹੜੀ ਇਹ ਪੈਸੇ ਵਾਲੀ ਗੱਲ। ਸਾਡਾ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਸ੍ਰਿਸ਼ਟੀ ਦੇ ਮਾਲਕ ਨੇ। ਉਹ ਚਾਹਣ ਤੇ ਅੱਖ ਦੀ ਫੋੜ ਨਾਲ ਹੁਣੇ ਇੱਥੇ ਟਰੱਕ ਭਰ ਕੇ ਰੁਪਈਆਂ ਦੇ ਘੱਲ ਦੇਣ। ਕੋਈ ਕਮੀ ਹੈ ਕਿਸੇ ਚੀਜ਼ ਦੀ? ਉਹ ਗੱਲ ਨਹੀਂ ਹੋ ਸਕਦੀ ਕਿ ਪੈਸੇ ਦੀ ਕਮੀ। ਪੈਸੇ ਦੀ ਕਮੀ ਖਾਲਸੇ ਕੋਲ ਹੋ ਹੀ ਨਹੀਂ ਸਕਦੀ, ਕਿਉਂਕਿ ਖਾਲਸੇ ਦਾ ਆਪਣਾ ਰਾਜ ਹੈ। ਪੈਸੇ ਦੀ ਕਮੀ ਅਸੀਂ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਪੈਸੇ ਦੀ ਕਮੀ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਧੰਨਵਾਦ ਬਾਈ ਜੀ। ਬਾਕੀ ਜਿਹੜਾ ਕਿਸਾਨ ਮੋਰਚਾ ਹੈ ਉਹ ਚੜ੍ਹਦੀ ਕਲਾ 'ਚ ਔਰ ਚੜ੍ਹਦੀ 'ਚ ਰਹੇਗਾ, ਕਿਉਂਕਿ ਜਿਹੜਾ ਮੋਰਚਾ ਹੈ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਹੜਾ ਹੈ ਉਹਨਾਂ ਦੇ ਆਪਣੇ ਸ਼ਹੀਦ ਸਿੰਘ ਤੇ ਆਪ ਉੱਥੇ ਕਮਾਨ ਕਰ ਰਹੇ ਨੇ। ਤੇ ਜਿਹੜਾ ਮੋਰਚਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਖੇਤੀ ਕਰਤਾਰਪੁਰ ਕੀਤੀ ਸੀ।
ਇਹ ਮੋਦੀ ਨੇ ਉਸ ਖੇਤੀ ਨੂੰ ਕਾਨੂੰਨਾਂ ਨੂੰ ਬਣਾ ਕੇ ਹੱਥ ਪਾਇਆ ਹੈ। ਇਸ ਕਰਕੇ ਜਿਹੜੀ ਜਿੱਤ ਜਿਹੜੀ ਹੈ ਉਹ ਕਿਸਾਨ ਮੋਰਚੇ ਦੀ ਹੋਣੀ ਹੈ। ਤੁਹਾਨੂੰ ਦੱਸ ਦਈਏ ਕਿ ਮੋਦੀ ਜਿਹੜਾ ਹੈ ਸਾਡਾ ਕੁਝ ਨਹੀਂ ਲੱਗਦਾ। ਹਰਨਾਸ਼ਕ ਦਾ ਪੁੱਤਰ ਸੀ ਪ੍ਰਹਲਾਦ, ਸੱਕੇ ਪੁੱਤਰ ਨੂੰ ਹਾਥੀ ਦੇ ਪੈਰਾਂ ਨਾਲ ਬੰਨ੍ਹ ਕੇ ਤੜਵਾਇਆ, ਪਹਾੜਾਂ ਤੋਂ ਸਟਵਾਇਆ, ਹਾਰ ਕੇ ਅੱਗ ਦੇ ਵਿੱਚ ਸਾੜਨ ਦਾ ਯਤਨ ਵੀ ਕਰਵਾਇਆ, ਪਰ ਜਿੱਤ ਕਿਹਦੀ ਹੋਈ? ਪ੍ਰਹਲਾਦ ਦੀ। ਹਰਨਾਸ਼ਕ ਨੂੰ ਮਰਨਾ ਹੀ ਪਿਆ। ਯਾਨੀ ਇੱਥੇ ਵੀ ਤੁਸੀਂ ਮੰਨਦੇ ਹੋ ਸੱਚਾਈ ਦੀ ਜਿੱਤ ਹੈ? ਸੱਚਾਈ ਦੀ ਜਿੱਤ ਹੋਣੀ ਹੈ। ਅੰਤ ਜਿਹੜੀ ਜਿੱਤ ਹੈ ਉਹ ਕਿਸਾਨ ਮੋਰਚੇ ਦੀ ਹੋਣੀ ਹੈ ਤੇ ਮੋਦੀ ਉਹਨਾਂ ਜਿਹੜਾ ਹੈ ਹਰਨਾਸ਼ਕ ਵੰਗਰ ਜਿਹੜਾ ਹੈ ਉਹ ਮਰਨਾ ਹੀ ਮਰਨਾ ਹੈ। ਇਸ ਕਰਕੇ ਕਿਸਾਨ ਚੜ੍ਹਦੀ ਕਲਾ ਚ ਰਹੇਗਾ ਔਰ ਚੜ੍ਹਦੀ ਚ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਕੀ ਦੱਸ ਦਈਏ ਤੁਹਾਨੂੰ, ਮੋਦੀ ਸਰਕਾਰ ਮੁਰਦਾਬਾਦ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਜਿਹੜੀ ਪੰਜਾਬ ਦੀ ਵਾਰਸ ਪੰਜਾਬ ਪਾਰਟੀ ਹੈ ਉਹ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੁਣਿਆ ਤੁਸੀਂ ਬਾਬਾ ਜੀ ਸੁਖਦੇਵ ਸਿੰਘ ਜੀ ਵੀ ਨੇ, ਦੀਪ ਸਿੱਧੂ ਹੋਰਾਂ ਨੂੰ ਵੀ ਸੁਣਿਆ ਤੁਸੀਂ, ਪਰ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਦੇ ਨਾਲ ਗੱਲ ਕੀਤੀ ਗਈ ਆ ਤਾਂ ਉਹਨਾਂ ਦਾ ਮੰਨਣਾ ਕਿ ਹਜੇ ਉਹਨਾਂ ਦੀ ਜਥੇਬੰਦੀ ਇੱਕ ਬਤੌਰ ਪੋਲੀਟੀਕਲ ਪਾਰਟੀ ਦੇ ਵਜੋਂ ਹਜੇ ਉੱਭਰ ਕੇ ਸਾਹਮਣੇ ਨਹੀਂ ਆ ਸਕਦੀ। 2022 ਦੇ ਬਾਰੇ ਗੱਲ ਕੀਤੀ ਗਈ ਹੈ। 2022 ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਜਥੇਬੰਦੀ ਦੇ ਕੋਲ ਜਾਂ ਪਾਰਟੀ ਦੇ ਕੋਲ ਇੰਨੇ ਸਾਧਨ ਨਹੀਂ ਹਨ